और सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। डंडोत बंधन अनक बार सर्व कला समरथ डोलन ते रखू प्रभु नानक दे कर हथ डोलन ते रखू प्रभु नानक दे कर हथ। परम सन्मान योग गुरु रूप साध संगत जीओ, कुछ समा गुरु के विचारां आप जी नूं सरवण करा सकां, क्योंकि अज हिंदू मत दे मुताबिक अज करवा चौथ दा वर्त है और साडा इस नाल कोई संबंध नहीं है, लेकिन पता नहीं क्यों ते किस तरह अज साडे सिखां दे विच भी ये बड़े प्रबल रूप दे विच मनाया जाता है। इस वक्त जो गुरु दी सिक्ख्या है, जो गुरु दी मत है, वो मैं तुच्छ बुद्धि अनुसार आप जी दे सन्मुख रख सकां। उस तो पहले 10वें पातशाह की बख्शिश की हुई पावन पवित्र फतेह सनिमर प्रवान करनी। वाहिगुरु जी का खालसा वाहिगुरु जी की फतेह। गुरु नानक सच्चे पातशाह जी जद इस दुनिया दे विच महाराज आए ने, उस तो पहले लोग कई तरह के कर्म कांडां दे विच लगे हुए सन। परमात्मा की प्राप्ति दे कई साधन अपनाए जाते सन, कई तरह के साधन रब की प्राप्ति दे। जैसे जंगलों दे विच चले जाना, पहाड़ां दियां कंदरां दे विच जाके समा बतीत करना, परिवार दा त्याग कर देना, और इस तरह ही पत्थरां दी पूजा करनी, दरख्तां दी पूजा करनी, दिशावां दी पूजा करनी, इत्थों तक कि पशुओं की पूजा करनी। फिर तीर्थां ते जाके स्नान करना, पैदल जाना। जब तीर्थां ते जांदे सन ना, तो परिवार वालियां नूं एक तरह की पक्की फतेह बुला के जांदे सन भी पता नहीं हुण वापस मुड़ना है कि नहीं मुड़ना है। तीर्थां ते जाके स्नान करने, दान पुण्य करने, कई तरह के वर्त रखने, दरख्तां ते पुट्ठे लटक के तप करना, ठंडे पानी दे विच खड़े हो के तप करना, कई तरह के साधन अपनाए जाते सन परमात्मा की प्राप्ति वास्ते। गुरु नानक सच्चे पातशाह जब संसार विच आए तो महाराज ने एक
ਨਿਰੰਕਾਰ ਦੇ ਨਾਲ ਜੋੜਿਆ ਨਿਰੰਕਾਰ ਦੀ ਪ੍ਰਾਪਤੀ ਕਰਨ ਵਾਸਤੇ। ਮਹਾਰਾਜ ਨੇ ਕਹਿ ਦਿੱਤਾ ਕਿ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਜਪੋ ਤਾਂ ਇੱਕ ਪਰਮੇਸ਼ਰ ਦਾ ਨਾਮ, ਬਾਕੀ ਹੈ ਜਿਤਨੇ ਵੀ ਧਾਰਮਿਕ ਕਰਮ ਅਸੀਂ ਕਰ ਰਹੇ ਹਾਂ ਨਾ ਪ੍ਰਾਪਤੀ ਵਾਸਤੇ, ਮਹਾਰਾਜ ਕਹਿੰਦੇ ਨੇ ਸਾਰੇ ਦੇ ਸਾਰੇ ਅਵਰ ਨਿਰਾਫਲ ਕਾਮਾ, ਨਿਰਾਫਲ ਫਲ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਹਨ, ਸਭ ਵਿਅਰਥ ਹਨ। ਕਿਉਂਕਿ ਦਰਖਤਾਂ 'ਤੇ ਜਾ ਕੇ ਤੇ ਪੁੱਠੇ ਲਟਕ ਜਾਣਾ ਜਾਂ ਪਾਣੀ ਦੇ ਵਿੱਚ ਖੜੇ ਹੋ ਜਾਣਾ, ਭੁੱਖੇ ਰਹਿਣਾ, ਵਰਤ ਰੱਖਣੇ, ਪੱਥਰਾਂ ਦੀ ਪੂਜਾ ਕਰਨੀ, ਪਸ਼ੂਆਂ ਦੀ ਪੂਜਾ ਕਰਨੀ, ਤੀਰਥਾਂ ਦੇ ਉੱਤੇ ਭਟਕਦੇ ਰਹਿਣਾ, ਮਹਾਰਾਜ ਕਹਿੰਦੇ ਨੇ ਸਭ ਅਵਰ ਨਿਰਾਫਲ ਕੰਮ, ਕਿਸੇ ਕੰਮ ਦੇ ਨਹੀਂ ਹਨ ਜਿਤਨੇ ਵੀ ਕੰਮ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੋਰ ਕੰਮ ਜਿਤਨੇ ਅਸੀਂ ਕਰ ਰਹੇ ਹਾਂ ਕਿਤੇ ਨਾ ਕਾਮ, ਕਿਸੇ ਕੰਮ ਦੇ ਨਹੀਂ ਹਨ। ਮਹਾਰਾਜ ਕੀ ਕਰੀਏ ਫਿਰ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਦੇ ਵਿੱਚ ਆ ਕੇ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰ। ਅਗਰ ਇਹ ਕੰਮ ਨਹੀਂ ਕੀਤਾ ਜਾਂਦਾ, ਬਾਕੀ ਜਿਤਨੇ ਕਰ ਰਹੇ ਹਨ ਸਭ ਅਵਰ ਨਿਰਾਫਲ ਕੰਮ ਆ, ਕਿਸੇ ਕੰਮ ਦੇ ਨਹੀਂ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਜੋਤ 10 ਪਾਤਸ਼ਾਹੀਆਂ ਤੱਕ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜੋਤ ਗੁਰੂ ਨਾਨਕ ਦੀ ਹੈ ਤੇ ਸਰੀਰ ਵੱਖਰੇ ਵੱਖਰੇ। 10 ਪਾਤਸ਼ਾਹੀਆਂ ਤੱਕ ਜੋਤ ਇੱਕੋ ਹੀ ਹੈ ਬਸ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਗੌੜੀ ਰਾਗ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਹਰ ਬਿਨ ਅਵਰ ਕਿਰਿਆ ਬਿਰਥੇ। ਹਰ ਬਿਨ ਅਵਰ ਕਿਰਿਆ ਬਿਰਥੇ। ਇੱਕ ਹਰੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜਿਤਨੀਆਂ ਕਿਰਿਆਵਾਂ ਅਸੀਂ ਕਰ ਰਹੇ ਹਾਂ, ਮੈਂ ਫਿਰ ਦੁਹਰਾ ਦਿਆਂ, ਤੀਰਥਾਂ 'ਤੇ ਭਟਕਣਾ, ਪੱਥਰਾਂ ਦੀ ਪੂਜਾ ਕਰਨੀ, ਦਸ਼ੋਂ ਦਿਸ਼ਾਵਾਂ ਦੇ ਵਿੱਚ ਭਟਕਣਾ, ਹਿਮਾਲੇ ਦੇ ਵਿੱਚ ਠੰਡ ਵਿੱਚ ਬਰਫ਼ ਵੀ ਜਾ ਕੇ ਸਰੀਰ ਨੂੰ ਗਾਲ ਦੇਣਾ, ਕਈ ਤਰ੍ਹਾਂ ਦੇ ਸਖਤ ਵਰਤ ਰੱਖਣੇ, ਮਹਾਰਾਜ ਕਹਿੰਦੇ ਨੇ ਅਵਰ ਕਿਰਿਆ ਬਿਰਥੇ, ਸਭ ਵਿਅਰਥ ਹੈ, ਕਿਸੇ ਕੰਮ ਦਾ ਨਹੀਂ ਹੈ। ਫਿਰ ਸਤਿਗੁਰੂ ਕਹਿੰਦੇ ਨੇ ਕਿ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ। ਜਪ ਕਰਨੇ, ਤਪ ਕਰਨੇ, ਸੰਜਮ, ਕਈ ਤਰ੍ਹਾਂ ਦੇ ਵਰਤ ਰੱਖਣੇ, ਸਰੀਰ ਨੂੰ ਕਸ਼ਟ ਦੇਣੇ, ਕਈ ਤਰ੍ਹਾਂ ਦੇ ਕਸ਼ਟ ਸਰੀਰ ਨੂੰ ਦੇਣੇ, ਮਹਾਰਾਜ ਕਹਿੰਦੇ ਨੇ ਇਹ ਊਰੇ ਮੂਸੇ ਤੇ ਠੱਗਾਂ ਵਾਲੇ ਕੰਮ ਹਨ, ਇਹ ਠੱਗਣ ਵਾਲੇ ਕੰਮ। ਸਤਿਗੁਰੂ ਕਹਿੰਦੇ ਨੇ ਬਰਤ ਨੇਮ ਸੰਜਮ ਮਹਿ ਰਹਿਤਾ ਤਨ ਕਾ ਆਡ ਨਾ ਪਾਇਆ। ਬਰਤ ਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ। ਵਰਤ ਰੱਖਣੇ ਕਈ ਤਰ੍ਹਾਂ ਦੇ, ਸਰੀਰ ਨੂੰ ਕਸ਼ਟ ਦੇਣੇ, ਤੀਰਥਾਂ 'ਤੇ ਭਟਕਣਾ, ਪੁੱਠੇ ਲਟਕ ਜਾਣਾ, ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨਾ, ਫਲ ਖਾ ਕੇ ਗੁਜ਼ਾਰਾ ਕਰਨਾ, ਇਹ ਸਭ ਵਿਅਰਥ ਕੇ ਕਰਮ ਹਨ। ਤੇ ਮਹਾਰਾਜ ਕਹਿੰਦੇ ਨੇ ਤਿੰਨ ਕਾ ਆਡ ਨਾ ਪਾਇਆ। ਅੱਧੀ ਕੋਡੀ ਵੀ ਜਿਨ੍ਹਾਂ ਦਾ ਮੁੱਲ ਨਹੀਂ ਪੈਣਾ ਹੈ, ਕੁਛ ਵੀ ਨਹੀਂ, ਕਿਸੇ ਕੰਮ ਦਾ ਨਹੀਂ ਹੈ। ਸਤ ਤੀਰਥ ਬਰਤ ਯজ্ঞ ਪੁੰਨ ਕੀਏ ਹਿਵੇ ਗਾਲ ਗਾਲ ਤਨ ਛੀਜੇ। ਕਈ ਤਰ੍ਹਾਂ ਦੇ ਤੀਰਥਾਂ 'ਤੇ ਇਸ਼ਨਾਨ ਕਰਨਾ, ਹਿਮਾਲੇ ਦੀ ਬਰਫ਼ ਦੇ ਵਿੱਚ ਜਾ ਕੇ ਸਰੀਰ ਨੂੰ ਗਾਲ ਦੇਣਾ, ਪੁੰਨ ਦਾਨ ਕਰਨੇ, ਮਹਾਰਾਜ ਕਹਿੰਦੇ ਨੇ ਇਹ ਸਭ
तन नूं कष्ट देण वाले काम हन। प्राप्ति इन्हां दी कुछ भी नहीं है। कौडी भी, अद्धी कोडी भी जिसका मुल नहीं पैना है, कुछ भी नहीं है। अवर निराफल कामा, जिहदा कोई फल नहीं है। गुरु तेग बहादुर साहब महाराज ने ते तां ही सानू समझांदियां होया सतगुरु कहने कि तीरथ बरत अरदान कर, मन में तरे गुमान, नानक निष्फल जात है, ज्यों कुंचर इशनान। तीर्थां दी यात्रा करनी, कई तरह दे वरत रखने, वरत रखते हैं, दान करने, मन में तरे गुमान, अंदर फिर गुमान आ जाता है। इतने तीर्थां दी यात्रा कीती है, मैं इतनी बार हज कीता है, मैं इतनी बार पंजां तख्तां दी यात्रा कीती है। साडे लोग भी तो जांदे ना। मन में तरे गुमान, अंदर गुमान आ जाता है, हंकार आ जाता है। या इंज कह लीए कि तीर्थां दी यात्रा करनी, दान करना, पुण्य करना, व्रत रखने, पर अंदरों हंकार ते साडा मिटिया ही नहीं है। जद हंकार मिटिया नहीं तो महाराज कहंदे ने नानक निष्फल जात तह ज्यों कुंचर इशनान। फिर तीर्थां दा इशनान, ये दान पुण्य, ये सब कुछ इस तरह व्यर्थ चला जाता है जैसे हाथी कई कई घंटे पानी दे विच इशनान करके बाहर निकलते ते उत्ते अपने फिर मिट्टी पा लैंदा वे। बहुती दुनिया, बहुते मनुख बस इस तरह ही रोज़ ही अपने धार्मिक कर्मां दे उत्ते मिट्टी पा लैंदे ने, बस रोज़ ही। क्योंकि अज करवा चौथ का दिन है, बीबियां ने अज करवा चौथ दे व्रत रखे ने। गुरमत सानू इसकी इजाज़त नहीं देंदी है, पर फिर भी रखे हुए ने। इस वक्त मेरा मूल जो मकसद है वो है भी गुरमत सानू की सिक्ख्या देंदी है। इस करके मैं थोड़ियां पंक्तियां तुहाडे सामने रखदा पिया ताकि समझ आ जाए इन्हां कीते हुए धार्मिक कर्मां दा कोई लाभ सानू मिलना नहीं है, इसका कुछ भी नहीं है। महाराज कहंदे ने करम धर्म नेम व्रत पूजा, पार ब्रह्म बिन जान न दूजा। करम धर्म ऐसे कर्म जिन्हां दे उत्ते धर्म खड़ा है, नेम व्रत पूजा, कई तरह दे नेम पाल लैने, कई तरह दियां पूजावां करनियां, होम जग करने। महाराज सच्चे पातशाह जी कहंदे ने पार ब्रह्म बिन जान न दूजा। एक पार ब्रह्म तो सिवाए किसे होर दी पूजा करनी, अपने मालक नूं छोड़ के किसे होर दे पिछे लगना, कई तरह दे धार्मिक कर्म करने। अगर इन्हां कर्मां दे करण करके परमात्मा मिल जांदा तो फिर परमात्मा वड्डा नहीं होना सी, फिर साडे कीते हुए धार्मिक कर्म वड्डे होने सन। फिर जे तीर्थां दे इशनान नाल परमात्मा मिल जांदा ना तो साडा तीर्थां दी यात्रा करना वड्डा कर्म है, परमात्मा वड्डा नहीं है। अगर भुखिया रहण नाल परमात्मा मिल जांदा तो साडा भुखा रहना जिहड़ा कर्म है ना ये वड्डा है, परमात्मा वड्डा नहीं है। महाराज कहंदे ने पार ब्रह्म बिन जान न दूजा। एक पार ब्रह्म तो अलावा होर किसे नूं दूसरे नूं जानना नहीं चाहिदा है, कोई दूजे कर्म होर करने नहीं चाहिदे हन, पर असी फिर भी करी जाने हैं। महाराज दी बाणी कहंदी है कि क्या जप, क्या तप, क्या व्रत पूजा, जाके हृदय भाव है दूजा। क्या जप, क्या तप, क्या व्रत पूजा,
इन्हां दे करन दा की लाभ है। जां के हृदय भाव है दूजा, अंदर विश्वास ते बनदा नहीं है। धार्मिक कर्म असीं करे जाने आ, ध्यान साडा दूजे पासे। महाराज कहंदे ने पार ब्रह्म बिन जान न दूजा, एक दे नाल जुड़ना है, एक दे पिछे चलना है। कि जे अंदर शंका है, अंदर विश्वास नहीं है एक पार ब्रह्म दे प्रति, तो महाराज कहंदे ने भी जितने मर्जी है ये धार्मिक कर्म असी करी जाइए, क्या जप क्या तप क्या व्रत पूजा, की लाभ है इन्हां दे करन दा। जे अंदर साडे विश्वास बनिया ही नहीं है तां अगर गुरु अर्जन देव जी महाराज ते सानू इत्थों तक समझाते ने। महाराज कहते ने शरीर कटाए होमे कर राती, वरत नेम करे बहु भांति। शरीर अपने नू गला देवे ठंड दे विच, होम कर देवे किसे हवन दे विच, अपने सारे तन नू गाल देवे, इतनी कठिन कोई तपस्या करे। वरत नेम करे बो भांति, कई तरह दे वरत करे नेम करे। पर महाराज सच्चे पातशाह जी कहते ने कि नहीं तुल राम नाम विचार, नानक गुरमुख नाम जपिए एक बार। एक बारी जे कोई परमेश्वर दे नाम दा सिमरन करदा है ना, तो ये जितने धार्मिक कर्म जो कर रहे हैं लोग, महाराज कहंदे ने किसी काम दे नहीं हैं। नहीं तुल राम नाम विचार, एक बारी राम कह देना, वो रमे होए परमेश्वर दा नाम जपना, ते ये सारी जिंदगी दे कीते हुए धार्मिक कर्म महाराज कहंदे ने सब व्यर्थ चले जांदे न। ये किसे तुल नहीं हैं, किसे भी तुल नहीं हैं। गुरु अर्जन देव जी महाराज सच्चे पातशाह जी कहंदे ने कि वरत ना रहो ना मह रमदाना, ना मैं हिंदुआं दे कीते हुए वरत करदा हाँ। मैं कोई एकादशी दे वरत, पूर्णमासी दे, मस्या दे, एकादशी दे वरत, फिर कार्तिक पुन्निया दे या कत्तक दे महीने दे विच जेड़े वरत कीते जांदे न, नरात्यां दे वरत कीते जांदे न, होर कई तरह दे वरत जो बना रखे हैं। महाराज कहंदे ने मैं कुछ भी नहीं करदा हाँ। गुरु ग्रंथ साहब महाराज नू मत्था टेकण वाले कदी इन्हां पंक्तियां नू पढ़ के विचार करके देखन, गुरु साडी चोली विच की मत पांदा पिया ते असी किहड़ी कुमत दे पिछे चलदे पए हां। असी मत्था टेकी जांदे न। महाराज कहंदे ने मैं कोई वरत नहीं करदा हाँ, कोई भी नहीं। वरत ना रहो ना मह रमदाना, मह कहंदे ने महीना, रमदाना कहंदे ने रमज़ान दा महीना। ना मैं रमज़ान दे महीने जो पूरे महीने रोज़े रखे जांदे न, महाराज कहंदे ने मैं रोज़े भी नहीं रखदा, मैं वरत भी नहीं रखदा हाँ, कुछ नहीं करदा हाँ। तिस सेवी जो रखे निधाना, मैं तां उस दी सेवा करदा हाँ, मैं उसनू सेवदा हाँ, मैं उदा सिमरन करदा हाँ जेड़ा रखे निदाना, जेड़ा सारियां दी रख्या करदा है, जेड़ा गुणां दा खजाना है, जो बख्शिशां दा खजाना है। महाराज कहंदे ने मैं ते केवल उसे दा ही सिमरन करदा, उसदी ही सेवा करदा। एक गुसाई अल्लाह मेरा, मेरा ते सिर्फ इक्को ही गुसाई है। गोसाई धरती दा जो मालक है, हिंदू तुर्क दुहां नबेरा। महाराज कहंदे ने जिसने हिंदुआं दा ते तुर्कां दा सब दा नबेरा कर दिता है कि इन्हां कीते हुए धार्मिक कर्मां दा कोई लाभ नहीं है, कोई लाभ नहीं है। सतगुरु कहंदे ने हज काबे जाओ न तीर्थ पूजा, एको सेवी अवर न दूजा।
ना मैं हज ते जाना, ना मैं तीर्थां ते जाना, ना मैं वरत रखदा हाँ, ना मैं रोजे रखदा हाँ। बस इक्को ही जो परमेश्वर है निरंकार, बस मैं उससे दी पूजा करदा हाँ, और किसे दी मैं पूजा करदा भी नहीं हाँ। मैं पैरो महला पंजवां गुरु अर्जन देव जी महाराज सच्चे पातशाह दा पावन शब्द है। सतगुरु कहते ने कि मैं ऐसा कुछ भी नहीं करता हाँ। पूजा करो ना निवाज गुजारो, एक निरंकार ले हृदय नमस्कारों। बस मैं इक्को ही निरंकार नूं अपने हिरदे विच रख के उसे नूं ही नमस्कार, उन्हों ही प्रणाम, उसे दी ही पूजा, उसे दा ही सिमरन, बस ये मैं करदा हाँ। मैं होर कुछ नहीं करदा हाँ। पर फिर भी असी देखते हैं कि वरत रखते पे ने। अज करवा चौथ का वरत है ना, बीबियां ने रखे ने, गातरे पाए हुए ने लंबे लंबे, सवेरे उठदियां ने, सुखमनी साहब दे पाठ करदियां ने, जपजी साहब पढ़दियां ने, गुरु ग्रंथ साहब महाराज नूं मत्था टेकदियां ने, कथा सुनदियां ने, कीर्तन सुनदियां ने, पर फिर भी अंदर विश्वास नहीं है, वरत रखण लग पैंदियां ने। मैं ते देख के हैरान, गातरे पाए हुए ने, असी 3-3 पाठ सुखमनी साहब दे करदियां हाँ, ते फिर अंदर इतना भी विश्वास नहीं बनिया कि जमना मरना तो उस परमेश्वर दे हाथ विच है। उम्र वधाणी या घटाणी ये तो परमेश्वर दे हाथ विच है। जितनी उसने लिख दिती है उस तो वध ना हो सकती है ना घट सकती है। ये तो जम्मण मरना हुक्म है भाणे आवे जाए। सब कुछ परमात्मा ने लेखे दे विच लिख दिता है। जितनी उम्र सी, जितने श्वास सन, जितना खाना है, जितना बोलना है, सब कुछ लेखे दे विच पा के इक्को ही वारी परमेश्वर ने झोली भर के भेज दिता है। असी कौन होने आ किसी की उम्र वधाण वाले या किसी की घटाण वाले। पर पता नहीं ये रीत कित्थों सिखां दे विच वड़ गई है। गुरु नानक सच्चे पातशाह ने जिथे भी जाके प्रचार किया है ना, महाराज ऐसे समय विच पहुँचते सन जद उत्थे कोई धार्मिक मेला होंदा सी, कोई धार्मिक समागम होंदा सी, वरत रखे होंदे सन, लोकी तीर्थां ते इशनान करते पे ने। महाराज ने रोकण वास्ते, क्योंकि भीड़ इकट्ठी करन दा इक्को एक यही जरिया सी कि वध तो वध लोकां तक उपदेश पहुँच सके। पर साडे लोकां विच पता नहीं ये रीत हुण कित्थों वड़ गई है ते क्यों वड़ गई है। जद कि भगत कबीर साहब कहते ने कि कबीर हर का सिमरन छाड़ के अहोई राखे नार, गदही होए के अवतरे पार सहे मन चार। जे कोई एक परमेश्वर दे सिमरन नूं छोड़ के अहोई कहते ने वरत रखना, और यही जो कत्तक दे महीने विच वरत रखे जाते हैं। अहोई राखे नार, अगर कोई स्त्री परमेश्वर दा सिमरन छोड़ के वरत रखदी है तो भगत कबीर साहब कहते ने गदही होए के अवतरे पार सहे मन चार। उदा अगला जिहड़ा जन्म है ना वो खोती दा होवेगा ते 4 मन भार उदे उत्ते रखिया जाएगा। 4 मन भार अगला जन्म उसका खोती दा होना है। ये भगत कबीर साहब जी कह रहे हैं। पहली गल तो शरीर साडा जिहड़ा बनिया है ना, ये रोटी नाल बनिया है। रोटी दे नाल 3.5 मन देहरी, चले, पानी, अन्न। रोटी नाल शरीर बनिया ते रोटी दे नाल ही इसने चलना है। रोटी तो बिना चल नहीं सकेगा। भगत कबीर साहब कहते ने कि भूखे भगत न कीजे, ये माला अपनी लीजे।
ਭੁੱਖਿਆਂ ਕਦੀ ਵੀ ਭਗਤੀ ਨਹੀਂ ਹੋ ਸਕਦੀ ਹੈ। ਪਰ ਸਨਾਤਨ ਮਤ ਦੇ ਲੋਕਾਂ ਨੇ ਭਗਤੀ ਕਰਨ ਦਾ ਸਾਧਨ ਬਣਾ ਦਿੱਤਾ ਵੀ ਭੁੱਖੇ ਰਵੋ ਤੇ ਭਗਤੀ ਕਰੋ। ਇਹ ਨਹੀਂ ਹੋ ਸਕਦਾ। ਕਬੀਰ ਕਹਿ ਰਹੇ ਹਨ ਕਿ ਭੁੱਖੇ ਰਹਾਂਗੇ ਤਾਂ ਫਿਰ ਰੋਟੀ ਯਾਦ ਆਏਗੀ, ਪਰਮੇਸ਼ਰ ਯਾਦ ਨਹੀਂ ਆ ਸਕਦਾ ਹੈ। ਰੋਟੀ ਯਾਦ ਆਏਗੀ। ਜਦ ਕਦੀ ਸਮਾਗਮਾਂ ਦੇ ਵਿੱਚ ਅਸੀਂ ਜਾਂਦੇ ਹਾਂ ਨਾ ਤੇ ਉੱਥੇ ਕਥਾ ਕੀਰਤਨ ਚੱਲਦਾ ਪਿਆ ਹੁੰਦਾ ਵੇ, ਬੜੇ ਬੜੇ ਸੋਹਣੇ ਰਾਗੀ ਪ੍ਰਚਾਰਕ ਕਥਾ ਕੀਰਤਨ ਕਰ ਰਹੇ ਹੁੰਦੇ ਨੇ। ਸੰਗਤਾਂ ਵਿੱਚ ਸਮਾਂ ਅਗਰ ਥੋੜ੍ਹਾ ਜਿਹਾ ਵੀ ਜ਼ਿਆਦਾ ਹੋ ਜਾਏ ਨਾ, ਇੱਕ ਦੂਜੇ ਨੂੰ ਪੁੱਛਦੇ ਪਏ ਹੁੰਦੇ ਨੇ ਵੀ ਲੰਗਰ ਕਦੋਂ ਸ਼ੁਰੂ ਹੋਣਾ ਵੇ, ਲੰਗਰ ਵਿੱਚ ਬਣਾਇਆ ਕੀ ਹੈ। ਉਧਰ ਕਥਾ ਕੀਰਤਨ ਚੱਲਦਾ ਪਿਆ, ਇੱਧਰ ਲੰਗਰ ਦੀਆਂ ਗੱਲਾਂ ਚੱਲਦੀਆਂ ਪਈਆਂ, ਰੋਟੀਆਂ ਯਾਦ ਆਉਂਦੀਆਂ ਨੇ। ਕਿਉਂਕਿ ਭੁੱਖੇ ਭਗਤ ਨਾ ਕੀਜੇ, ਨਹੀਂ ਹੋ ਸਕਦੀ ਹੈ। ਭੁੱਖੇ ਰਹਾਂਗੇ ਤਾਂ ਸਿਰਫ ਰੋਟੀ ਹੀ ਯਾਦ ਆਏਗੀ, ਪਰਮੇਸ਼ਰ ਯਾਦ ਨਹੀਂ ਆ ਸਕਦਾ ਹੈ। ਖਲੀਲ ਜਿਬਰਾਨ ਨੇ ਇੱਕ ਕਹਾਣੀ ਲਿਖੀ ਹੈ, ਕਹਿੰਦਾ ਮੈਂ ਜੰਗਲ ਦੇ ਵਿੱਚ ਜੰਗਲ ਦੀਆਂ ਰੌਣਕਾਂ ਦੇਖਦਾ ਦੇਖਦਾ ਕਾਫੀ ਗਹਿਰਾਈ ਵਿੱਚ ਚਲਾ ਗਿਆ। ਸ਼ਾਮ ਪੈ ਗਈ, ਮੈਨੂੰ ਪਤਾ ਹੀ ਨਾ ਚੱਲਿਆ ਸ਼ਾਮ ਪੈ ਗਈ। ਜਦ ਮੈਂ ਦੇਖਿਆ ਕਿ ਇਹ ਤਾਂ ਅੰਧੇਰਾ ਬਹੁਤ ਹੋ ਗਿਆ, ਹੁਣ ਬਾਹਰ ਨਿਕਲਣਾ ਜੰਗਲ ਵਿੱਚੋਂ ਮੁਸ਼ਕਿਲ ਕੰਮ ਹੈ। ਜੰਗਲੀ ਜਾਨਵਰ ਨੇ। ਕਹਿੰਦਾ ਮੈਂ ਇੱਕ ਦਰਖਤ 'ਤੇ ਚੜ੍ਹ ਗਿਆ ਵੀ ਹੁਣ ਰਾਤ ਇੱਥੇ ਹੀ ਬਤੀਤ ਕਰਨੇ ਹਾਂ। ਜੰਗਲ ਦੇ ਵਿੱਚ ਦਰਖਤ 'ਤੇ ਜਦ ਚੜ੍ਹਿਆ ਨਾ ਤੇ ਉਸ ਦਿਨ ਪੂਰਨਮਾਸ਼ੀ ਦਾ ਦਿਨ ਸੀ। ਰਾਤ ਜਦ ਥੋੜ੍ਹੀ ਜਿਹੀ ਬੀਤੀ ਹੈ, ਚੰਦ ਚੜ੍ਹਿਆ ਵੇ, ਗੋਲ ਚੰਦ ਪੂਰਾ ਇੱਕਦਮ। ਖਲੀਲ ਜਿਬਰਾਨ ਕਹਿੰਦਾ ਉਹ ਚੰਨ ਜਿਹੜਾ ਸੀ ਨਾ, ਕਿਉਂਕਿ ਮੈਨੂੰ ਲੱਗੀ ਹੋਈ ਸੀ ਅੱਤ ਦੀ ਭੁੱਖ, ਤੇ ਭੁੱਖ ਦੇ ਕਾਰਨ ਉਹ ਚੰਦ ਮੈਨੂੰ ਰੋਟੀ ਦਿਖਾਈ ਦੇਵੇ, ਉਹ ਨਾਨ ਦਿਖਾਈ ਦੇਵੇ। ਇੰਜ ਲੱਗੇ ਜਿਵੇਂ ਖੁਦਾ ਨੇ ਮੇਰੇ ਵਾਸਤੇ ਰੋਟੀ ਭੇਜੀ ਹੈ। ਮੈਨੂੰ ਇੰਜ ਲੱਗੇ ਹੈ ਉਹ ਚੰਦ, ਪਰ ਦਿਖਾਈ ਦੇਵੇ ਰੋਟੀ। ਕਿਸੇ ਬੰਦੇ ਨੂੰ ਆਖੋ ਨਾ ਵੀ 4 ਦਿਨ ਦਾ ਕੋਈ ਭੁੱਖਾ ਹੋਵੇ, ਉਸ ਬੰਦੇ ਨੂੰ ਆਖੀਏ ਵੀ ਲੈ ਤੈਨੂੰ ਵਧੀਆ ਸੈਂਟ ਲਾ ਦਿੰਦੇ ਹਾਂ, ਉਹਨੇ ਕਹਿਣਾ ਸੈਂਟ ਨੂੰ ਛੱਡੋ, 2 ਰੋਟੀਆਂ ਦਾ ਇੰਤਜ਼ਾਮ ਕਰੋ। ਉਹਨੂੰ ਪੁੱਛੋ 2 ਤੇ 2 ਕਿਤਨੇ ਹੁੰਦੇ ਨੇ, ਉਹਨੇ ਕਹਿਣਾ ਇਹ ਗਿਣਤੀ ਦੇ ਚੱਕਰ ਛੱਡੋ, 2 ਤੇ 2 4 ਰੋਟੀਆਂ ਹੁੰਦੀਆਂ ਨੇ, ਰੋਟੀਆਂ ਲਿਆਓ। ਭੁੱਖਿਆਂ ਕਦੀ ਵੀ ਭਗਤੀ ਨਹੀਂ ਹੋ ਸਕਦੀ ਹੈ। ਭੁੱਖ ਲੱਗੀ ਹੋਈ ਹੈ, ਰੋਟੀ ਯਾਦ ਆਏਗੀ, ਪਰਮੇਸ਼ਰ ਯਾਦ ਨਹੀਂ ਆ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾ ਚਲਾ ਦਿੱਤੀ ਸੀ, ਪਹਿਲੇ ਪੰਗਤ ਪਾਛੇ ਸੰਗਤ। ਸੰਗਤ ਵਿੱਚ ਬਹਿ ਕੇ ਕਿਧਰੇ ਲੰਗਰ ਦੀ ਗੱਲ ਨਾ ਯਾਦ ਆਵੇ, ਰੋਟੀਆਂ ਨਾ ਯਾਦ ਆਉਣ, ਪਰਮੇਸ਼ਰ ਯਾਦ ਆਵੇ ਉੱਥੇ। ਭੁੱਖ ਲੱਗਣਾ ਸੁਭਾਵਕ ਹੈ। ਸਰਮਦ ਫਕੀਰ ਦੀ ਪੁੱਠੀ ਖੱਲ ਇਸ ਵਾਸਤੇ ਲਾ ਦਿੱਤੀ ਗਈ ਸੀ ਕਿਉਂਕਿ ਰਮਜ਼ਾਨ ਦੇ ਮਹੀਨੇ ਵਿੱਚ ਰੋਟੀ ਖਾਂਦਾ ਹੋਇਆ ਪਕੜਿਆ ਗਿਆ ਸੀ ਉਹ। ਤੇ ਬਾਦਸ਼ਾਹ ਨੇ ਆਖਿਆ ਤੈਨੂੰ ਸ਼ਰਮ ਨਹੀਂ ਆਉਂਦੀ, ਰਮਜ਼ਾਨ ਵਿੱਚ ਰੋਟੀ ਖਾਂਦਾ ਪਿਆ ਮੈਂ। ਸਰਮਦ ਫਕੀਰ ਕਹਿੰਦਾ ਵੀ ਜੇ ਰੋਟੀ ਖਾਣਾ ਗੁਨਾਹ ਹੈ ਤਾਂ ਫਿਰ ਰੱਬ ਨੇ ਜੋ ਮੈਨੂੰ ਭੁੱਖ ਦਿੱਤੀ ਹੈ ਰਮਜ਼ਾਨ ਦੇ ਮਹੀਨੇ ਦੇ ਵਿੱਚ, ਉਹ ਪਰਮਾਤਮਾ ਵੀ ਫਿਰ ਪਾਪੀ ਹੈ ਵੱਡਾ, ਫਿਰ ਉਹ ਵੀ ਗੁਨਾਹਗਾਰ ਹੈ ਵੱਡਾ। ਜੇ ਰੋਟੀ ਖਾਣਾ ਗੁਨਾਹ ਹੈ ਤਾਂ ਫਿਰ ਭੁੱਖ ਕਿਉਂ ਲੱਗਦੀ ਹੈ ਮੈਨੂੰ? ਇਹ ਭੁੱਖ ਵੀ ਨਹੀਂ ਲੱਗਣੀ ਚਾਹੀਦੀ। ਤੇ ਜੇ ਭੁੱਖ ਲੱਗਦੀ ਹੈ ਤਾਂ ਇਹਦਾ ਮਤਲਬ ਖੁਦਾ ਚਾਹੁੰਦਾ ਹੈ ਵੀ ਤੂੰ ਰੋਟੀ ਖਾ। ਅਰਬ ਦੇਸ਼ਾਂ ਦੇ ਵਿੱਚ ਅੱਜ ਵੀ ਕਾਨੂੰਨ ਹੈ, ਰਮਜ਼ਾਨ ਦੇ ਮਹੀਨੇ ਵਿੱਚ ਸਾਰੇ ਰੈਸਟੋਰੈਂਟ ਢਾਬੇ ਸਭ ਬੰਦ ਕਰ ਦਿੱਤੇ ਜਾਂਦੇ ਨੇ। ਕੋਈ ਰੋਟੀ ਖਾਂਦਾ ਹੋਇਆ ਪਕੜਿਆ ਜਾਵੇ ਨਾ, ਉਹਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਭੁੱਖਿਆਂ ਭਗਤੀ ਨਹੀਂ ਹੋ ਸਕਦੀ ਹੈ। ਪਹਿਲੀ ਗੱਲ ਤਾਂ ਇਹ ਯਾਦ ਰੱਖਣਾ, ਬੀਬੀਆਂ ਨੇ ਅੱਜ ਵਰਤ ਰੱਖਿਆ ਨਾ, ਸਾਰਾ ਦਿਨ ਰੋਟੀ ਯਾਦ ਆਈ ਹੋਣੀ ਹੈ, ਰੱਬ ਯਾਦ ਨਹੀਂ ਆਉਂਦਾ ਹੈ। ਸਾਰਾ ਦਿਨ ਰੋਟੀ ਯਾਦ ਆਉਂਦੀ ਹੈ ਬਸ। ਗੱਲਾਂ ਵੀ ਉਹਨਾਂ ਦੀਆਂ ਰੋਟੀ ਦੀਆਂ ਹੀ ਹੋਣੀਆਂ ਨੇ ਵੀ ਅੱਜ ਮੈਂ ਰੋਟੀ ਨਹੀਂ ਖਾਧੀ, ਅੱਜ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਪਿਆ, ਤੁਰਿਆ ਨਹੀਂ ਜਾਂਦਾ ਪਿਆ, ਮਨ ਨਹੀਂ ਲੱਗਦਾ ਪਿਆ, ਅੱਜ ਕੁਛ ਵੀ ਚੰਗਾ ਨਹੀਂ ਲੱਗਣਾ ਹੈ। ਵਰਤ ਰੱਖਣੇ ਜਿਹੜੇ ਹਨ ਨਾ,
चलो पड़ोसी साडे कुछ करते ने करी जान, सानू उहदे नाल कोई मतलब नहीं है। असी अपने घर नूं सवारना है। वरत अगर कोई रखदा है तो अगला जन्म खोती दा, गदही होए के अवतरे भार सहे मन चार। सनातन मत दे कुछ लोगों ने वर्त केवल इस्त्रियां वास्ते बनाए ने, पुरुषों वास्ते एक भी वर्त नहीं है। स्त्री वर्त रखेगी तो धन आएगा, स्त्री वर्त रखेगी तो परिवार की चढ़ती कला होवेगी, स्त्री वर्त रखेगी पति दी उम्र वड्डी होवेगी, पति दे दुख दूर होणगे। हर चीज़ वास्ते स्त्री नूं अगे कीता है, पुरुष नूं क्यों नहीं कीता है? स्त्री नूं ही। सारे वर्त भी बनाए ने तो स्त्रियां वास्ते बनाए हैं, पुरुष वास्ते क्यों नहीं बनाए? क्या केवल स्त्री नूं ही पुरुष चाहिए, पुरुष नूं स्त्री नहीं चाहिए है? जे वो स्त्री अगर पुरुष की उम्र वास्ते व्रत रख सकती है तो पुरुष क्यों नहीं रखता है? विचार तो करके देखो। दरअसल स्त्री नूं बहुत ही मामूली चीज़ समझिया जाता सी। स्त्री नूं समझिया जाता सी पैरां दी जुत्ती, स्त्री नूं समझिया जाता सी गुलाम, ये पुरुष दी गुलाम है। स्त्री नूं समझिया जाता सी भोगण दी एक वस्तु, इनू जूए विच हार भी सकते हाँ, इनू जूए विच जित भी सकते हाँ, इनू बेच भी सकते हाँ, इनू गिरवी भी रख सकते हाँ। पढ़ के देख लो पुराना इतिहास। जदों जी चाहे इनू घरों बाहर कढ़ भी सकते हाँ, जदों चाहो इसनू घर विच लिया भी सकते हाँ। गुलाम बाजार लगते सन स्त्रियां दे, स्त्रियां वेचियां जांदियां सन, 2-2 टके तो विकदियां सन, क्योंकि इसनू समझिया गया ये नरक द्वारी है, ये नरकों में ले जाने वाली है, पुरुष दे भोगण दी वस्तु है, पुरुष दी गुलाम है। इस वास्ते सारे व्रत जेड़े ने ना वो स्त्रियां वास्ते बनाए गए। स्त्री अपने पुरुष वास्ते हर कर्म करे, व्रत रखे, पूजा करे, पुरुष वास्ते कुछ भी नहीं है। पर क्या पुरुष नूं स्त्री नहीं चाहिए है? गुरु नानक सच्चे पातशाह ने जितना वड्डा इंसाफ स्त्रियां दे नाल कीता है ना, किसी ने नहीं कीता है। चाहे वो जैन मत है, बौद्ध मत है, इस्लाम मत है, सनातन मत है, किसी भी धर्म ने नहीं। मैं एक विद्वान नूं पढ़ के दंग रह गया। वो कहंदे भी पुरुषां दी सोच कैसी सी, स्त्री दा समाज दे विच सन्मान कैसा सी। पुराने समय दे विच स्त्रियां दे 2 नाम बड़े प्रबल होंदे सन, बहुत ज़्यादा होंदे सन। एक नाम होंदा सी रैणु, रेणु। रैण दा मतलब होंदा है पैरां दी मिट्टी, खाक। रैन दा मतलब रात भी होंदा है, पर रैन दा मतलब पैरां दी मिट्टी भी होंदा है, या मिट्टी समझ लवो। बहुतियां स्त्रियां दे नाम रेणु रखे जाते सन, इस वास्ते क्योंकि उन्हां दी सोच सी कि स्त्री पैरां दी मिट्टी है। नाम ही ऐसे रखे जाते सन। दूसरा नाम रखा जाता सी बिंदु। तो बिंदु का मतलब की होंदा? 0, शिफर। स्त्री का नाम बिंदु रखा जाता सी क्योंकि स्त्री नूं 0 समझिया जाता सी, बिल्कुल किसी भी काम दी नहीं है, 0 एकदम बस। पैरां दी मिट्टी या फिर बिंदु 0। गुरु नानक सच्चे पातशाह ने ये आके स्त्री नूं जो बराबर दा दिती है, पंड जमीए पंड नमीए पंड मंगण व्याहो, पंडो होवे दोस्ती पंडो चले राहो, पंड मुआ पंड पालिए पंड होवे बंदान, सो क्यों मंदा आखिए जित जम्मे राजान। जिन्हें राजे महाराजियां नूं जन्म दिता है ना, उन्हों तुच्छ समझना। गुरु नानक सच्चे पातशाह कहते ने वड्डी मूर्खता है, बहुत वड्डी मूर्खता है। पर
ਵਰਤ ਰੱਖੇ ਜਾਂਦੇ ਨੇ। ਇਸਤਰੀਆਂ ਨੂੰ ਹਿਦਾਇਤ ਹੈ ਪਤੀ ਵਾਸਤੇ ਵਰਤ ਰੱਖੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸਾ ਨਹੀਂ ਕੀਤਾ ਹੈ। ਮਹਾਰਾਜ ਕਹਿੰਦੇ ਨੇ ਵੀ ਜੇ ਵਰਤ ਹੀ ਰੱਖਣਾ ਹੈ ਤਾਂ ਫਿਰ ਇਸ ਚੀਜ਼ ਦਾ ਰੱਖੋ। ਆਪਣੀਆਂ ਅੱਖਾਂ ਦੇ ਵਰਤ ਰੱਖੋ, ਆਪਣੀ ਜ਼ੁਬਾਨ ਦਾ ਵਰਤ ਰੱਖੋ, ਆਪਣੇ ਕੰਨਾਂ ਦੇ ਵਰਤ ਰੱਖੋ, ਆਪਣੇ ਹੱਥਾਂ ਦੇ ਵਰਤ ਰੱਖੋ, ਆਪਣੇ ਪੈਰਾਂ ਦੇ ਵਰਤ ਰੱਖੋ, ਆਪਣੇ ਮਨ ਨੂੰ ਕਾਬੂ ਕਰਨ ਦੇ ਵਰਤ ਰੱਖੋ। ਜੇ ਵਰਤ ਹੀ ਰੱਖਣੇ ਹਨ, ਅੱਖਾਂ ਗਲਤ ਨਾ ਵੇਖਣ, ਜ਼ੁਬਾਨ ਗਲਤ ਨਾ ਬੋਲੇ। ਸਾਲ ਦੇ 364 ਦਿਨ ਤਾਂ ਲੜ ਝਗੜ ਕੇ ਮਸਾਂ ਹੀ ਗੁਜ਼ਾਰਾ ਚੱਲਦਾ ਵੇ ਕਰਦਾ, ਤੇ 365ਵੇਂ ਦਿਨ ਪਤੀ ਦੀ ਲੰਬੀ ਉਮਰ ਵਾਸਤੇ ਫਿਰ ਵਰਤ ਰੱਖੇ ਜਾਂਦੇ ਨੇ। ਫਿਰ ਉਂਝ ਭਾਵੇਂ ਕਦੀ ਆਦਮੀ ਬਾਜ਼ਾਰੋਂ ਆਵੇ, ਕਦੀ ਪਾਣੀ ਦਾ ਗਿਲਾਸ ਵੀ ਨਾ ਪੁੱਛਿਆ ਹੋਵੇ, ਕਦੀ ਉਹਨੂੰ ਗਰਮ ਰੋਟੀ ਬਣਾ ਕੇ ਨਾ ਖਾਧੀ ਹੋਵੇ, ਕਦੀ ਉਹਦਾ ਹਾਲ ਚਾਲ ਹੀ ਨਾ ਪੁੱਛਿਆ ਹੋਵੇ, ਪਰ ਵਰਤ ਰੱਖਣਾ ਵੇ। ਮਹਾਰਾਜ ਕਹਿੰਦੇ ਨੇ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਏ ਸੋਏ। ਇਹ ਨਾ ਆਖੀਏ ਕਿ ਇਹ ਧਨ ਫਿਰ ਪਤੀ ਤੇ ਪਤਨੀ ਨੇ ਜਿਹੜੇ ਇੱਕ ਛੱਤ ਦੇ ਥੱਲੇ ਇਕੱਠੇ ਬਹਿੰਦੇ ਨੇ, ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਹੈ। ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਦੋਨਾਂ ਦੀ ਆਤਮਾ ਇੱਕ ਹੋਵੇ, ਸਰੀਰ ਦੋ ਹੋਣ, ਜੋਤ ਇੱਕ ਹੋਵੇ, ਦੀਵੇ ਦੋ ਹੋਣ, ਇੱਕ ਦੂਜੇ ਨਾਲ ਵਿਚਾਰ ਮਿਲਦੇ ਹੋਣ, ਇੱਕ ਦੂਜੇ ਵਾਸਤੇ ਮਰ ਸਕਣ, ਜੀ ਸਕਣ, ਐਸੀ ਕੋਈ ਅਵਸਥਾ ਹੋ। ਲੜਦਿਆਂ ਝਗੜਦਿਆਂ ਤੇ ਸਾਲ ਨਿਕਲਦਾ, ਫਿਰ ਵਰਤ ਰੱਖਦੀਆਂ ਨੇ ਉਮਰ ਵਧਾਉਣ ਵਾਸਤੇ। ਜਿਸ ਘਰ ਵਿੱਚ ਇਸਤਰੀ ਪੁਰਸ਼ ਦਾ ਜੋੜ ਨਹੀਂ, ਉਸ ਘਰ ਵਿੱਚ ਕਿਸੇ ਹੋਰ ਨਰਕ ਦੀ ਲੋੜ ਨਹੀਂ ਹੈ। ਪਰ ਸਾਡੇ ਵਰਤ ਤਾਂ ਰੱਖਦੀਆਂ ਨੇ ਵੀ ਵਰਤ ਰੱਖਾਂਗੇ ਕੋਈ ਗਿਫਟ ਮਿਲੇਗਾ, ਕੋਈ ਸੋਨੇ ਦਾ, ਚਾਂਦੀ ਦਾ, ਕੋਈ ਮਹਿੰਗਾ ਕੱਪੜਾ ਮਿਲ ਜਾਏਗਾ। ਅਸਲ ਨੀਅਤ ਅੰਦਰ ਇਹ ਹੁੰਦੀ ਹੈ ਵੀ ਕੁਛ ਮਿਲੇਗਾ। ਉਮਰ ਵਧਾ ਕੇ ਕੀ ਕਰਨਾ ਹੈ। ਬੀਬੀ ਭਾਨੀ ਜੀ ਨੂੰ ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ ਵੀ ਜੇ ਤੇਰਾ ਪਤੀ ਚਲਾਣਾ ਕਰ ਜਾਏ ਤਾਂ ਤੂੰ ਕੀ ਕਰੇਂਗੀ। ਫਿਰ ਅਸੀਂ ਵਰਤ ਰੱਖਦੇ ਹਾਂ ਨਾ ਉਮਰ ਵਧਾਉਣ ਵਾਸਤੇ। ਬੜੇ ਧਿਆਨ ਨਾਲ ਸੁਣਨਾ, ਬੀਬੀ ਭਾਨੀ ਜੀ ਕੋਲੋਂ ਸਿੱਖੋ ਕਿ ਪਤੀ ਦੀ ਉਮਰ ਕਿਸ ਤਰ੍ਹਾਂ ਅਸੀਂ ਵਧਾਉਣੀ ਹੈ। ਬੀਬੀ ਭਾਨੀ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤੇਰੇ ਪਤੀ ਦੀ ਉਮਰ ਬੜੀ ਥੋੜੀ ਰਹਿ ਗਈ ਹੈ, ਜੇ ਉਹ ਚਲਾਣਾ ਕਰ ਜਾਏ ਤਾਂ ਤੂੰ ਕੀ ਕਰੇਂਗੀ। ਫਿਰ ਬੀਬੀ ਭਾਨੀ ਜੀ ਨੇ ਹੱਥ ਜੋੜੇ, ਮਸਤਕ ਆਪਣਾ ਗੁਰਦੇਵ ਪਿਤਾ ਦੇ ਚਰਨਾਂ ਦੇ ਵਿੱਚ ਰੱਖਿਆ, ਆਖਿਆ ਪਿਤਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਪਾਣਾ ਮੰਨਣ ਦੀ ਜਾਚ ਸਿਖਾਈ ਹੈ ਨਾ, ਮੈਂ ਪਾਣਾ ਮੰਨਾਂਗੀ। ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਇਹ ਤਾਂ ਪਰਮੇਸ਼ਰ ਦਾ ਭਾਣਾ ਹੈ। ਜੇ ਉਸ ਨੂੰ ਪਾਉਂਦਾ ਹੈ ਕਿ ਉਹ ਚਲਾਣਾ ਕਰ ਜਾਵੇ ਤਾਂ ਵੀ ਮੈਂ ਹੱਥ ਜੋੜ ਕੇ ਸੀਸ ਝੁਕਾਵਾਂਗੀ। ਜੇ ਉਸ ਦੀ ਉਮਰ ਵੱਡੀ ਹੁੰਦੀ ਹੈ ਤਾਂ ਵੀ ਮੈਂ ਉਸ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਾਂਗੀ। ਮੈਂ ਭਾਣਾ ਮੰਨਣਾ ਹੈ। ਮੈਂ ਇਹ ਨਿਰੰਕਾਰ ਦੀ ਰਜ਼ਾ ਹੈ। ਅਸੀਂ ਬਾਣੀ ਪੜ੍ਹਦੇ ਪਏ ਹਾਂ ਪਰ ਭਾਣਾ ਮੰਨਣ ਦੀ ਜਾਚ ਸਾਨੂੰ ਆਈ ਨਹੀਂ ਹੈ। ਕਿਸੇ ਵੀ ਵਰਤ ਦੇ ਨਾਲ ਕਿਸੇ ਵੀ ਪੁਰਸ਼ ਦੀ ਜਾਂ ਇਸਤਰੀ ਦੀ ਕਿਸੇ ਦੀ ਵੀ ਉਮਰ ਨਹੀਂ ਵਧਾਈ ਜਾ ਸਕਦੀ। ਅਗਰ ਉਮਰ ਵਧਾਣੀ ਹੈ ਤਾਂ ਉਹਦੇ ਭਾਣੇ ਦੇ ਵਿੱਚ ਵੱਧ ਸਕਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਭਾਣਾ ਮੰਨਿਆ ਮੈਂ, ਕਰਤਾਰ ਭਲੀ ਕਰੇਗਾ। 6 ਸਾਲ 11 ਮਹੀਨੇ 13 ਦਿਨ ਉਮਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਸੀ। ਉਮਰ ਵੱਡੀ ਕਰ ਦਿੱਤੀ ਹੈ, ਕਿਉਂਕਿ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਜੇ ਪਰਮਾਤਮਾ ਨੂੰ ਪਾ ਜਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਅਰਦਾਸ ਕਰੀਏ, ਭਾਣਾ ਮੰਨੀਏ, ਵਰਤ ਰੱਖਣ ਨਾਲ ਕੁਛ ਵੀ ਨਹੀਂ ਹੋਣਾ। ਜੇ ਵਰਤ ਰੱਖਣਾ ਹੈ ਨਾ ਤਾਂ ਚਲੋ ਹੈ ਤਾਂ ਇੱਕ ਚੁਟਕਲਾ ਹੀ ਹੈ, ਆਪਣੀ ਜ਼ੁਬਾਨ ਦਾ ਵਰਤ ਰੱਖੋ, ਮੌਨ ਵਰਤ ਰੱਖੋ, ਪਤੀ ਦਾ ਹੁਕਮ ਮੰਨਣ ਦਾ ਵਰਤ ਰੱਖੋ, ਉਹਦੀ ਉਮਰ ਆਪੇ ਵੱਡੀ ਹੋ ਜਾਣੀ ਹੈ। ਵਰਤ ਰੱਖਣ ਦੀ ਤਾਂ ਲੋੜ ਹੀ ਨਹੀਂ ਪੈਣੀ ਹੈ।
अरदास करिए बाणी पढ़िए, ए निरंकार तू कृपा करी। जे गुरु कृपा करेगा ना तो ताती वाव न लग गई, पार ब्रह्म शरणाई। चौ गिरद हमारे रामकार, दुख लगे ना पाई। चारों पासे सुरक्षा का एक कवच बन जाएगा, फिर कोई वाल भी विंगा नहीं कर सकता है। अरज वर्त रखे हुए ने। फिर सुन लवो कबीर जी दियाँ पंक्तियां। कबीर हर का सिमरन छाड़ के, अहोई राखे नार। गदही होए के अवतरे पार, सहे मन चार। उदा अगला जन्म खोते दी जून दा होवेगा, 4 मन पार उत्ते रखिया जाना है। मेरी हाथ जोड़ के बेनती है साडियां बीबियां नूं कि बहुत चन्न चढ़ा लए हन, हुण नवें चन्न होर ना चढ़ाओ। अमृत छको, 5 ककार धारण करो, बाणी पढ़ो, गुरु ग्रंथ साहब महाराज दे उत्ते विश्वास लियाओ। तुहाडे पति दी भी चढ़दी कला होवेगी, कौम दी भी चढ़दी कला होवेगी, क्योंकि हर कौम दी उसारी दे विच इस्त्रियां दा बहुत वड्डा योगदान हुंदा है। अपने फर्ज नूं समझो। गुरु गोबिंद सिंह महाराज दियां सुपुत्रियां बनो ते गुरु गोबिंद सिंह महाराज दे बचनां दे उत्ते अमल करो। जागत जोत जपे निसबासर, एक बिना मन नेक न आने। पूर्ण प्रेम प्रतीत सजे व्रत, गौड़ मड़ी मठ भूल न माने। तीर्थ दान दया तप संयम, एक बिना न एक बछाने। पूर्ण जोत जगे घट में, तब खालस ताहे न खालस जाने। खालसे बनो, पवित्र बनो। अपने अंदरों ये फालतू दे कर्म कांड सब कट के बाहर सुट्टो। जागदी जोत दे पुजारी बनो। तुहाडी भी चढ़दी कला होवेगी, तुहाडे पति दी भी होवेगी, सारे परिवार दी होवेगी, सारे समाज दी होवेगी, सारी कौम दी चढ़दी कला होवेगी। भुल्लां चुक्कां दी क्षमा। सारियां दा धन्नवाद। काफ़ी दिन बाद अज दास ने कथा विचार की है, क्योंकि बाहर प्रोग्राम सन कुछ। कल तो फिर जो पशुओं की विचार दास ने आरंभ की है, फिर तो आप लड़ीवार आरंभ करांगे। आप दास का जो फेसबुक पेज है कथा सागर, उसनूं लाइक करो, फॉलो करो, ताकि ये विचारां होर भी संगतां तक पहुँच सकन। वाहिगुरू जी का खालसा, वाहिगुरू जी की फतेह।